ਸਾਡੇ ਇਸ ਲੈਕਚਰ ਦਾ ਟੌਪਿਕ ਹੈ ਬਿਸਮਾਰਕ ਦੀ ਵਿਦੇਸ਼ ਨੀਤੀ ਦੇ ਸਿਧਾਂਤ। ਬਿਸਮਾਰਕ ਦਾ ਪੂਰਾ ਨਾਮ ਆਟੋ ਐਡਵਰਡ ਲਿਓਪੋਲਡ ਵਾਨ ਬਿਸਮਾਰਕ ਸੀ। 1871 ਈਸਵੀ ਤੋਂ ਬਾਅਦ ਬਿਸਮਾਰਕ ਦੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਜਰਮਨ ਸਾਮਰਾਜ ਨੂੰ ਸੁਰੱਖਿਅਤ ਰੱਖਣਾ ਸੀ। ਇਸ ਨੂੰ ਉਸ ਨੇ ਘੋਰ ਯਤਨਾਂ ਦੇ ਸਿੱਟੇ ਵਜੋਂ ਕਾਇਮ ਕੀਤਾ ਸੀ। ਉਸ ਵਿੱਚ ਦੂਜੇ ਦੇਸ਼ਾਂ ਦੇ ਇਲਾਕਿਆਂ ਨੂੰ ਫਤਿਹ ਕਰਨ ਤੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਲਈ ਕੋਈ ਅਭਿਲਾਖਾ ਨਹੀਂ ਸੀ। ਜਰਮਨ ਸਾਮਰਾਜ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ 20 ਸਾਲਾਂ ਦੌਰਾਨ ਆਪਣੀ ਵਿਦੇਸ਼ ਨੀਤੀ ਵਿੱਚ ਕਈ ਸਿਧਾਂਤਾਂ ਨੂੰ ਅਮਲੀ ਰੂਪ ਦੇ ਵਿੱਚ ਅਪਣਾਇਆ। ਜਿਵੇਂ ਸਭ ਤੋਂ ਪਹਿਲਾ ਹੈ ਯੂਰਪ ਵਿੱਚ ਸ਼ਾਂਤੀ ਸਥਾਪਿਤ ਰੱਖਣਾ। 1871 ਈਸਵੀ ਤੋਂ ਪਿੱਛੋਂ ਬਿਸਮਾਰਕ ਦੀ ਵਿਦੇਸ਼ ਨੀਤੀ ਦਾ ਪ੍ਰਮੁੱਖ ਸਿਧਾਂਤ ਯੂਰਪ ਵਿੱਚ ਅਮਨ ਸਥਾਪਿਤ ਰੱਖਣਾ ਸੀ। ਇਸ ਤੋਂ ਪਹਿਲਾਂ ਉਸਨੇ 1864 ਈਸਵੀ, 1866 ਈਸਵੀ ਤੇ 1870 ਈਸਵੀ ਵਿੱਚ ਕ੍ਰਮਵਾਰ ਡੈਨਮਾਰਕ, ਆਸਟਰੀਆ ਅਤੇ ਫਰਾਂਸ ਦੇ ਵਿਰੁੱਧ ਸਫਲ ਯੁੱਧ ਕੀਤੇ ਸਨ। ਪਰੰਤੂ 1871 ਈਸਵੀ ਪਿੱਛੋਂ ਉਸ ਨੇ ਸ਼ਾਂਤੀ ਕਾਇਮ ਰੱਖਣ ਲਈ ਘੋਰ ਯਤਨ ਕੀਤੇ। ਉਸ ਨੇ ਆਪ ਕਿਹਾ ਸੀ, ਮੈਂ ਅਮਨ ਦਾ ਪ੍ਰੇਮੀ ਹਾਂ। ਉਸ ਨੇ ਨਾ ਕੇਵਲ ਇੰਗਲੈਂਡ, ਰੂਸ ਤੇ ਇਟਲੀ ਨਾਲ ਹੀ ਸਗੋਂ ਆਪਣੇ ਦੇਸ਼ ਦੇ ਪੁਰਾਣੇ ਦੁਸ਼ਮਣਾਂ ਆਸਟਰੀਆ ਤੇ ਫਰਾਂਸ ਨਾਲ ਵੀ ਸ਼ਾਂਤੀਪੂਰਨ ਤੇ ਦੋਸਤਾਨਾ ਸੰਬੰਧ ਕਾਇਮ ਕਰਨ ਦੇ ਉਪਰਾਲੇ ਕੀਤੇ। ਉਸ ਨੇ ਪ੍ਰਮੁੱਖ ਯੂਰਪੀ ਦੇਸ਼ਾਂ ਵਿੱਚ ਲੜਾਈ ਦੀ ਸੰਭਾਵਨਾ ਨੂੰ ਵੀ ਰੋਕਣ ਦੇ ਸਫਲ ਯਤਨ ਕੀਤੇ। ਅਸਲ ਦੇ ਵਿੱਚ 1871 ਈਸਵੀ ਪਿੱਛੋਂ ਬਿਸਮਾਰਕ ਅਮਨ ਦੇ ਹੱਕ ਵਿੱਚ ਸਿਰਫ ਇਸ ਲਈ ਹੋ ਗਿਆ ਸੀ ਕਿਉਂਕਿ ਯੂਰਪ ਵਿੱਚ ਸ਼ਾਂਤੀ ਜਰਮਨੀ ਦੀ ਸੁਰੱਖਿਆ ਲਈ ਅਤੀ ਜ਼ਰੂਰੀ ਸੀ। ਅਮਨ ਦੇ ਭੰਗ ਹੋ ਜਾਣ ਨਾਲ ਜਰਮਨ ਸਾਮਰਾਜ ਲਈ ਖਤਰਾ ਪੈਦਾ ਹੋ ਸਕਦਾ ਸੀ। ਜੇ ਪਹਿਲਾਂ ਜਰਮਨ ਸਾਮਰਾਜ ਦੇ ਨਿਰਮਾਣ ਲਈ 3 ਯੁੱਧ ਜ਼ਰੂਰੀ ਸਨ ਤਾਂ 1871 ਈਸਵੀ ਪਿੱਛੋਂ ਇਸ ਦੀ ਸੁਰੱਖਿਆ ਲਈ ਅਮਨ ਵੀ ਓਨਾ ਹੀ ਜ਼ਰੂਰੀ ਸੀ। ਦੂਸਰਾ ਸਿਧਾਂਤ ਹੈ ਫਰਾਂਸ ਨੂੰ ਵੱਖਰਾ ਰੱਖਣਾ। ਬਿਸਮਾਰਕ ਦੀ ਵਿਦੇਸ਼ ਨੀਤੀ ਦਾ ਦੂਜਾ ਪ੍ਰਮੁੱਖ ਸਿਧਾਂਤ ਫਰਾਂਸ ਨੂੰ ਯੂਰਪੀ ਰਾਜਨੀਤੀ ਵਿੱਚ ਵੱਖਰਾਉਣਾ ਤੇ ਇਕੱਲਿਆਂ ਰੱਖਣਾ ਸੀ। ਫਰਾਂਸ ਪ੍ਰਸ਼ੀਆ ਯੁੱਧ ਵਿੱਚ ਫਰਾਂਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਤੇ ਫਰੈਂਕਫਰਟ ਦੀ ਸੰਧੀ ਜਿਹੜੀ 10 ਮਈ 1871 ਈਸਵੀ ਨੂੰ ਹੋਈ, ਇਸ ਅਨੁਸਾਰ ਉਸ ਨੂੰ ਆਪਣੇ ਅਲਸੇਸ ਤੇ ਲੋਰੇਨ ਦੇ ਉਪਜਾਊ ਪ੍ਰਦੇਸ਼ ਤੇ ਭਾਰੀ ਯੁੱਧ ਹਰਜਾਨਾ ਜਰਮਨੀ ਨੂੰ ਦੇਣਾ ਪਿਆ ਸੀ। ਇਸ ਪਿੱਛੋਂ ਫਰਾਂਸ ਇਸ ਅਪਮਾਨਜਨਕ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਆਪਣੇ ਖੁੱਸੇ ਪ੍ਰਦੇਸ਼ ਵਾਪਸ ਲੈਣ ਲਈ ਬੜਾ ਉਤਾਵਲਾ ਸੀ। ਬਿਸਮਾਰਕ ਇਸ ਗੱਲ ਨੂੰ ਜਾਣਦਾ ਸੀ ਕਿ ਫਰਾਂਸ ਜਰਮਨੀ ਨਾਲ ਬਦਲੇ ਦਾ ਯੁੱਧ ਕਰਨ ਲਈ ਤਿਆਰੀਆਂ ਕਰ ਰਿਹਾ ਹੈ, ਪਰ ਉਸ ਨੂੰ ਇਹ ਵੀ ਪਤਾ ਸੀ ਕਿ ਫਰਾਂਸ ਇਕੱਲਾ ਸ਼ਕਤੀਸ਼ਾਲੀ ਜਰਮਨੀ ਨਾਲ ਲੋਹਾ ਲੈਣ ਦੀ ਹਿੰਮਤ ਨਹੀਂ ਕਰੇਗਾ ਅਤੇ ਯੁੱਧ ਤੋਂ ਪਹਿਲਾਂ ਕੋਈ ਸਾਥੀ ਪ੍ਰਾਪਤ ਕਰਨ ਦੇ ਯਤਨ ਕਰੇਗਾ। ਇਸ ਲਈ ਜਰਮਨ ਚਾਂਸਲਰ ਨੇ ਫਰਾਂਸ ਦੇ ਅਜਿਹੇ ਯਤਨਾਂ ਨੂੰ ਅਸਫਲ ਕਰਨ ਲਈ ਉਸ ਨੂੰ ਦੂਜੇ ਪ੍ਰਮੁੱਖ ਯੂਰਪੀ ਦੇਸ਼ਾਂ ਤੋਂ ਅਲੱਗ ਰੱਖਣਾ ਆਪਣੀ ਵਿਦੇਸ਼ ਨੀਤੀ ਦਾ ਸਿਧਾਂਤ ਬਣਾ ਲਿਆ ਸੀ। ਇਸ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਉਸ ਨੇ 1871 ਤੋਂ 1890 ਈਸਵੀ ਦੌਰਾਨ ਪ੍ਰਮੁੱਖ ਯੂਰਪੀ ਦੇਸ਼ਾਂ ਨਾਲ ਅਨੇਕਾਂ ਸੰਧੀਆਂ ਤੇ ਸਮਝੌਤੇ ਕੀਤੇ।
ਯੂਰਪ ਵਿੱਚ ਸ਼ਾਂਤੀ ਦੀ ਸਥਾਪਨਾ ਤੇ ਫਰਾਂਸ ਦਾ ਵਖਰਾਉਣ ਦੋਹਾਂ ਸਿਧਾਂਤਾਂ ਵਿੱਚ ਗੂੜ੍ਹਾ ਸੰਬੰਧ ਸੀ ਅਤੇ ਉਹਨਾਂ ਦੀ ਪੂਰਤੀ ਇੱਕ ਦੂਜੇ ਉੱਤੇ ਨਿਰਭਰ ਕਰਦੀ ਸੀ। ਜੇ ਯੂਰਪ ਵਿੱਚ ਸ਼ਾਂਤੀ ਭੰਗ ਹੋ ਜਾਏ ਤੇ ਪ੍ਰਮੁੱਖ ਯੂਰਪੀ ਦੇਸ਼ਾਂ ਵਿੱਚ ਯੁੱਧ ਛਿੜ ਜਾਏ ਤਾਂ ਇਹੋ ਜਿਹੀ ਹਾਲਤ ਵਿੱਚ ਫਰਾਂਸ ਨੂੰ ਯੁੱਧ ਲੜਨ ਵਾਲੀਆਂ ਸ਼ਕਤੀਆਂ ਵਿੱਚੋਂ ਕਿਸੇ ਨਾਲ ਗੱਠਜੋੜ ਕਰਨ ਦਾ ਮੌਕਾ ਮਿਲ ਸਕਦਾ ਸੀ। ਇਸ ਲਈ ਜਰਮਨ ਸਾਮਰਾਜ ਦੀ ਸੁਰੱਖਿਆ ਲਈ ਇਹਨਾਂ ਦੋਹਾਂ ਸਿਧਾਂਤਾਂ ਉੱਤੇ ਅਮਲ ਕਰਨਾ ਜ਼ਰੂਰੀ ਸੀ। ਇਸ ਸੰਬੰਧ ਵਿੱਚ ਜੀ.ਪੀ. ਗੂਚ ਨੇ ਠੀਕ ਹੀ ਲਿਖਿਆ ਹੈ ਕਿ 1871 ਈਸਵੀ ਤੋਂ ਪਿੱਛੋਂ ਬਿਸਮਾਰਕ ਦੀ ਨੀਤੀ ਦਾ ਪ੍ਰਮੁੱਖ ਸਿਧਾਂਤ ਆਪਣੀਆਂ ਜਿੱਤਾਂ ਨੂੰ ਮਹਿਫੂਜ਼ ਰੱਖਣਾ ਅਤੇ ਫਰਾਂਸ ਨੂੰ ਵੱਖਰਾ ਰੱਖ ਕੇ ਯੂਰਪ ਵਿੱਚ ਅਮਨ ਸਥਾਪਿਤ ਰੱਖਣਾ ਸੀ। ਤੀਸਰਾ, ਰੂਸ ਆਸਟਰੀਆ ਝਗੜੇ ਨੂੰ ਰੋਕਣਾ। ਨਿਕਟ ਪੂਰਬ ਵਿੱਚ ਰੂਸ ਤੇ ਆਸਟਰੀਆ ਦੇ ਵਿਰੋਧੀ ਹਿੱਤਾਂ ਕਾਰਨ ਇਹਨਾਂ ਦੋਹਾਂ ਦੇਸ਼ਾਂ ਵਿੱਚ ਖਟਪਟ ਹੋ ਗਈ ਸੀ। ਬਿਸਮਾਰਕ ਨੂੰ ਇਹ ਡਰ ਸੀ ਕਿ ਜੇ ਇਹਨਾਂ ਦੋਹਾਂ ਦੇਸ਼ਾਂ ਵਿੱਚ ਟਕਰਾਅ ਹੋ ਗਿਆ ਤਾਂ ਨਾ ਕੇਵਲ ਯੂਰਪ ਦਾ ਅਮਨ ਭੰਗ ਹੋ ਜਾਵੇਗਾ, ਸਗੋਂ ਫਰਾਂਸ ਨੂੰ ਵੀ ਦੋਹਾਂ ਵਿੱਚੋਂ ਇੱਕ ਨਾਲ ਗੱਠਜੋੜ ਕਰਨ ਦਾ ਮੌਕਾ ਮਿਲ ਜਾਵੇਗਾ। ਇਸ ਲਈ ਉਸ ਨੇ ਇਹਨਾਂ ਦੇਸ਼ਾਂ ਵਿੱਚ ਸਮਝੌਤਾ ਕਰਾਉਣ ਦੇ ਲਗਾਤਾਰ ਯਤਨ ਕੀਤੇ। ਉਸ ਨੇ 1873 ਈਸਵੀ ਤੇ ਫਿਰ 1881 ਈਸਵੀ ਵਿੱਚ ਜਰਮਨੀ, ਰੂਸ ਤੇ ਆਸਟਰੀਆ ਦੇ 3 ਸਮਰਾਟਾਂ ਦੀ ਲੀਗ ਕਾਇਮ ਕਰਵਾਈ, ਪਰ ਇਹ ਦੋਵੇਂ ਸਮਝੌਤੇ ਕੁਝ ਸਮੇਂ ਤੱਕ ਹੀ ਹੋਂਦ ਵਿੱਚ ਰਹੇ। ਇਸ ਲਈ ਬਿਸਮਾਰਕ ਨੇ 1879 ਈਸਵੀ ਵਿੱਚ ਆਸਟਰੀਆ ਨਾਲ ਤੇ 1887 ਈਸਵੀ ਵਿੱਚ ਰੂਸ ਨਾਲ ਅਲੱਗ-ਅਲੱਗ ਸੰਧੀ ਕਰ ਲਈ। ਇਸ ਤਰ੍ਹਾਂ ਜਰਮਨੀ, ਆਸਟਰੀਆ ਤੇ ਰੂਸ ਦੋਹਾਂ ਦੇ ਸਾਂਝੇ ਮਿੱਤਰ ਵਜੋਂ ਦੋਹਾਂ ਵਿੱਚ ਝਗੜੇ ਰੋਕਣ ਦੇ ਯਤਨ ਕਰ ਸਕਦਾ ਸੀ। ਚੌਥਾ ਹੈ, ਨਿਕਟ ਪੂਰਬ ਵਿੱਚ ਕੋਈ ਅਭਿਲਾਖਾ ਨਾ ਰੱਖਣਾ। ਯੂਰਪ ਦੇ ਪ੍ਰਮੁੱਖ ਦੇਸ਼ ਤੁਰਕੀ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਨਿਕਟ ਪੂਰਬ ਵਿੱਚ ਪ੍ਰਦੇਸ਼ ਤੇ ਦੂਜੀਆਂ ਰਿਆਇਤਾਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਰਹੇ, ਪਰ ਬਿਸਮਾਰਕ ਦੀ ਜਰਮਨੀ ਲਈ ਅਜਿਹੀ ਕੋਈ ਅਭਿਲਾਖਾ ਨਹੀਂ ਸੀ। ਉਸ ਨੇ ਆਪ ਕਿਹਾ ਸੀ, ਪੂਰਬੀ ਪ੍ਰਸ਼ਨ ਇੱਕ ਜਰਮਨ ਸੈਨਿਕ ਦੇ ਜੀਵਨ ਦੀ ਕੀਮਤ ਦੇ ਵੀ ਬਰਾਬਰ ਨਹੀਂ ਹੈ। ਅਸਲ ਵਿੱਚ ਬਿਸਮਾਰਕ ਨਿਕਟ ਪੂਰਬ ਵਿੱਚ ਭਾਗ ਲੈਣਾ ਜਰਮਨੀ ਲਈ ਲਾਹੇਵੰਦ ਨਹੀਂ ਸਮਝਦਾ ਸੀ, ਸਗੋਂ ਇਸ ਦੇ ਉਲਟ ਉਹ ਸਮਝਦਾ ਸੀ ਕਿ ਅਜਿਹਾ ਕਰਨ ਨਾਲ ਯੂਰਪ ਦੇ ਕਈ ਦੇਸ਼ ਜਰਮਨੀ ਦੇ ਦੁਸ਼ਮਣ ਬਣ ਜਾਣਗੇ। ਉਸ ਦੀ ਨਿਕਟ ਪੂਰਬ ਵਿੱਚ ਸਿਰਫ ਰੁਚੀ ਇਸ ਕਾਰਨ ਹੀ ਸੀ ਕਿ ਉਹ ਇਸ ਗੁੰਝਲਦਾਰ ਸਮੱਸਿਆ ਉੱਤੇ ਯੂਰਪੀ ਸ਼ਕਤੀਆਂ ਵਿੱਚ ਯੁੱਧ ਦੀ ਸੰਭਾਵਨਾ ਦਾ ਅੰਤ ਕਰਕੇ ਯੂਰਪ ਵਿੱਚ ਸ਼ਾਂਤੀ ਕਾਇਮ ਰੱਖਣੀ ਚਾਹੁੰਦਾ ਸੀ। ਬਸਤੀਆਂ ਸੰਬੰਧੀ ਦੌੜ ਵਿੱਚ ਭਾਗ ਨਾ ਲੈਣਾ। ਬਿਸਮਾਰਕ ਅਵਸ਼ ਹੀ ਇੱਕ ਮਹਾਂਦੀਪਵਾਦੀ ਸੀ ਜਿਸ ਦੀ ਰੁਚੀ ਯੂਰਪੀ ਰਾਜਨੀਤੀ ਤੱਕ ਹੀ ਸੀਮਤ ਸੀ। ਉਹ ਯੂਰਪੀ ਸ਼ਕਤੀਆਂ ਵਿੱਚ ਚੱਲ ਰਹੀ ਵੱਧ ਤੋਂ ਵੱਧ ਬਸਤੀਆਂ ਪ੍ਰਾਪਤ ਕਰਨ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ ਨਹੀਂ ਸੀ, ਕਿਉਂਕਿ ਉਹ ਸਮਝਦਾ ਸੀ ਕਿ ਅਜਿਹਾ ਕਰਨਾ ਜਰਮਨ ਸਾਮਰਾਜ ਦੇ ਹਿੱਤ ਵਿੱਚ ਨਹੀਂ ਹੋਵੇਗਾ।
ਉਸਨੇ ਆਪ ਕਈ ਵਾਰੀ ਆਖਿਆ ਸੀ, ਮੈਂ ਬਸਤੀਆਂ ਪ੍ਰਾਪਤ ਕਰਨ ਵਾਲਾ ਇਨਸਾਨ ਨਹੀਂ ਹਾਂ। ਭਾਵੇਂ 1880 ਈਸਵੀ ਪਿੱਛੋਂ ਅੰਤਰਰਾਸ਼ਟਰੀ ਸਥਿਤੀ ਦੇ ਅਨੁਕੂਲ ਹੋਣ ਕਾਰਨ ਬਿਸਮਾਰਕ ਨੇ ਜਰਮਨੀ ਲਈ ਪੂਰਬੀ ਅਫਰੀਕਾ, ਦੱਖਣੀ ਅਫਰੀਕਾ ਅਤੇ ਪੱਛਮੀ ਅਫਰੀਕਾ ਵਿੱਚ ਮਹੱਤਵਪੂਰਨ ਬਸਤੀਆਂ ਬਿਨਾਂ ਕਿਸੇ ਵਿਰੋਧ ਦੇ ਪ੍ਰਾਪਤ ਕਰ ਲਈਆਂ ਸਨ। ਫਿਰ ਵੀ ਬਿਸਮਾਰਕ ਦਾ ਵਿਚਾਰ ਸੀ ਕਿ ਅਜਿਹਾ ਕਰਨ ਨਾਲ ਦੂਜੇ ਦੇਸ਼, ਖਾਸ ਤੌਰ 'ਤੇ ਇੰਗਲੈਂਡ, ਜਰਮਨੀ ਦੇ ਵਿਰੋਧੀ ਹੋ ਜਾਣਗੇ ਅਤੇ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੋਈ ਦੇਸ਼ ਜਰਮਨੀ ਦੇ ਵਿਰੋਧੀ ਫਰਾਂਸ ਨਾਲ ਮਿਲ ਜਾਵੇ। ਬਿਸਮਾਰਕ ਦਾ ਉਦੇਸ਼ ਸੰਸਾਰ ਵਿਆਪੀ ਜਰਮਨ ਸਾਮਰਾਜ ਦੀ ਸਥਾਪਨਾ ਕਰਨਾ ਨਹੀਂ ਸੀ। ਇਸ ਲਈ ਉਸ ਨੇ ਜਰਮਨੀ ਲਈ ਸ਼ਕਤੀਸ਼ਾਲੀ ਜਲ ਸੈਨਾ ਦਾ ਜਾਣ-ਬੁੱਝ ਕੇ ਨਿਰਮਾਣ ਨਾ ਕੀਤਾ। ਉਸ ਨੇ ਠੀਕ ਹੀ ਸਮਝਿਆ ਸੀ ਕਿ ਜਰਮਨ ਜਲ ਸੈਨਾ ਦੇ ਵਿਕਾਸ ਨਾਲ ਇੰਗਲੈਂਡ ਜਰਮਨੀ ਦਾ ਵੱਡਾ ਦੁਸ਼ਮਣ ਬਣ ਜਾਵੇਗਾ ਅਤੇ ਦੋਵਾਂ ਦੇਸ਼ਾਂ ਵਿੱਚ ਟੱਕਰ ਅਨਿਵਾਰਨੀ ਹੋ ਜਾਵੇਗੀ। ਉਸ ਨੇ ਇੱਕ ਵਾਰੀ ਆਪ ਕਿਹਾ ਸੀ, ਭੌਂ ਚੂਹੇ ਤੇ ਜਲ ਚੂਹੇ ਵਿੱਚ ਲੜਾਈ ਝਗੜੇ ਦੀ ਕੋਈ ਸੰਭਾਵਨਾ ਨਹੀਂ ਹੈ। 6ਵਾਂ ਹੈ ਇੰਗਲੈਂਡ ਨੂੰ ਖੁਸ਼ ਰੱਖਣਾ। ਬਿਸਮਾਰਕ ਦੀ ਵਿਦੇਸ਼ ਨੀਤੀ ਦਾ ਇੱਕ ਸਿਧਾਂਤ ਇਹ ਵੀ ਸੀਗਾ ਕਿ ਇੰਗਲੈਂਡ, ਜੋ ਯੂਰਪ ਅਤੇ ਸੰਸਾਰ ਦੀ ਇੱਕ ਮਹਾਨ ਸ਼ਕਤੀ ਸੀ, ਇਸ ਨੂੰ ਕਿਸੇ ਕੀਮਤ 'ਤੇ ਨਾਰਾਜ਼ ਨਾ ਕੀਤਾ ਜਾਵੇ। ਇਸ ਕਰਕੇ ਹੀ ਉਸ ਨੇ ਨਾ ਤਾਂ ਨਿਕਟ ਪੂਰਬ ਵਿੱਚ ਜਰਮਨੀ ਲਈ ਕੋਈ ਰਿਆਇਤਾਂ ਪ੍ਰਾਪਤ ਕਰਨ ਦੇ ਯਤਨ ਕੀਤੇ, ਨਾ ਬਸਤੀਆਂ ਦੀ ਦੌੜ ਵਿੱਚ ਭਾਗ ਲਿਆ ਅਤੇ ਨਾ ਹੀ ਜਰਮਨ ਜਲ ਸੈਨਾ ਦਾ ਵਿਕਾਸ ਕੀਤਾ। ਪਰ ਉਹ ਇੰਗਲੈਂਡ ਨਾਲ ਕੋਈ ਗੁਪਤ ਸੰਧੀ ਜਾਂ ਸਮਝੌਤਾ ਕਰਨ ਦੇ ਪੱਖ ਵਿੱਚ ਵੀ ਨਹੀਂ ਸੀ। ਇਸ ਦਾ ਇਹ ਕਾਰਨ ਸੀ ਕਿ ਇੰਗਲੈਂਡ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਸੀ ਅਤੇ ਉੱਥੇ ਪਾਰਲੀਮੈਂਟ ਵਿੱਚ ਰਾਜਨੀਤਿਕ ਦਲਾਂ ਦੀ ਬਹੁਤ ਸੰਖਿਆ ਅਨੁਸਾਰ ਸਰਕਾਰ ਬਦਲਦੀ ਰਹਿੰਦੀ ਸੀ। ਇਹ ਸੀਗੇ ਬਿਸਮਾਰਕ ਦੀ ਵਿਦੇਸ਼ ਨੀਤੀ ਦੇ ਸਿਧਾਂਤ। ਧੰਨਵਾਦ।